दूजे बन्ने सुखबीर बादल कहता जे कोई बाहरले देश जाना चाहे असी बिना ब्याज लोन देवांगे। मां दे पुत्तो छड्डिओ ना, कोई रह ना जावे पंजाब की धरती ते। तुसीं इहो ਜਿਹੇ ढंग दे समझौते करके गए हो, तुसीं तां ऐसा पंजाब बेड़ा गर्क करके गए हो कि पंजाब उठदा नहीं। अपने अदारियां नूं स्कूल वड्डे खिलाते, अपने अदारियां नूं हस्पताल वड्डे खिलाते, सारा कुछ अडहॉक वाले साडे मुंडिਆਂ ਨੂੰ ਪੜਾਉਣਗੇ, ਸਾਡੀਆਂ ਧੀਆਂ ਨੂੰ ਪੜਾਉਣਗੇ। ਹੈਲਥ ਸਿਸਟਮ ਇਹ ਕਿਉਂ ਸੁਧਾਰ ਲਈਏ ਪਾਰਟੀਆਂ ਵਾਲੇ? ਤਾਂ ਨਹੀਂ ਸੁਧਾਰਦੇ। ਇਹਨਾਂ ਦੇ ਤਾਂ ਜੇ ਕੰਡਾ ਵੀ ਲੱਗੇ ਅਮਰੀਕਾ 'ਚ ਕਢਾਉਣਾ ਪੈਂਦਾ। ਪੰਜਾਬ ਸਰਕਾਰ ਕਹਿ ਰਹੀ ਹੈ ਖਜ਼ਾਨਾ ਖਾਲੀ ਹੈ, ਜਿਹੜਾ ਸਾਡਾ ਸਰਮਾਇਆ ਹੈ ਉਹ ਵਿਦੇਸ਼ਾਂ 'ਚ ਨੂੰ ਜਾ ਰਿਹਾ। ਸਾਡੇ ਧੀ ਕਰੋੜਾਂ ਰੁਪਈਆ ਕੈਪਟਨ ਅਮਰਿੰਦਰ ਨੇ ਐਸ ਪ੍ਰਸਤੀ 'ਚ, ਅਰਬਾਂ ਰੁਪਈਆ ਬਾਦਲ ਕਹਿੰਦੇ ਨੇ ਐਸ ਪ੍ਰਸਤੀ 'ਚ। ਖਜ਼ਾਨਾ ਖਾਲੀ ਹੈ ਸਾਡੀ ਬਿਰਧ ਮਾਂ ਨੂੰ ਪੈਨਸ਼ਨ ਦੇਣ ਤੋਂ। ਖਜ਼ਾਨਾ ਖਾਲੀ ਹੈ ਲਾਂਗੜੇ ਲੂੰਜੇ ਜਿਨ੍ਹਾਂ ਨੂੰ ਅਪਾਹਜ ਕਹਿੰਦੇ ਆ ਉਹਨਾਂ ਨੂੰ ਪੈਨਸ਼ਨ ਦੇਣ ਤੋਂ। ਤੁਹਾਨੂੰ ਮਾਣ ਹੋਣਾ ਚਾਹੀਦਾ ਕਿਸਾਨ ਵੀਰਾਂ ਤੇ ਕਿ ਐਂ ਕੱਲ ਲਾਈਨ ਲਾ ਕੇ ਸਾਡੀ ਕਿਸਾਨਾਂ ਦੀ ਪਾਰਲੀਮੈਂਟ ਸੁਣ ਰਹੇ ਸੀ। ਜੇ ਕਾਲੇ ਕਾਨੂੰਨ ਵਾਪਸ नहीं लेंगे मोदी साहब, बाहरले देशों से तुम्हारे को सलूट भी नहीं पाएंगे। ये हिंदू ने नहीं खानी, ये मुसलमान ने नहीं खानी, सारे धर्मां दे लोकां दे असीं ढिड च समेत जिहड़ा इत्थे जन्म लैंदा जानवर तो 84 ਲੱਖ ਨੂੰ। ਤੁਸੀਂ ਪ੍ਰਸ਼ਾਂਤ ਕਿਸ਼ੋਰ ਦੀ ਭੂਮਿਕਾ ਨੂੰ ਤੇ ਜੋ ਸਾਡੇ ਇੱਕ ਵੱਖਰੀ ਤਰ੍ਹਾਂ ਦੀ ਰਾਜਨੀਤੀ ਝੂਠ ਬੋਲਣ ਦੀ ਕਹਿ ਲਓ, ਜਿਹੜਾ ਇਹ ਪੀ ਕੇ ਆ ਨਾ, ਪੀ ਕੇ ਸਭ ਦੇ ਇਹੋ ਜਿਹਾ ਪੀ ਕੇ ਵੀ ਰਾਜੇ ਵੀ ਪੀਂਦੇ ਨੇ, ਜਿਹੜਾ ਵਿਚੋਲਾ ਰੱਖ ਲਿਆ ਉਹ ਵੀ ਪੀ ਕੇ, ਇਹ ਪੀ ਕੇ ਗਲਾਸੀ ਭੜਿਆ ਕੇ ਸਾਡੇ ਫਿਰ ਫੈਸਲੇ ਕਰਦੇ। ਪੰਜਾਬ ਦੇ ਅੰਦਰ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵੱਲੋਂ ਜਿੱਥੇ ਮਨ ਲੁਭਾਉਣੇ ਵਾਅਦੇ ਕੀਤੇ ਜਾ ਰਹੇ ਨੇ, ਜਿੱਥੇ ਅਕਾਲੀ ਦਲ ਵੱਲੋਂ ਇੱਕ ਮਨ ਲੁਭਾਊ ਜਿਹੜਾ ਚੋਣ ਮੈਨੀਫੈਸਟੋ ਸੁਖਬੀਰ ਸਿੰਘ ਬਾਦਲ ਵੱਲੋਂ ਪੇਸ਼ ਕੀਤਾ ਗਿਆ, ਉੱਥੇ ਹੀ ਨਵਜੋਤ ਸਿੱਧੂ ਵੱਲੋਂ ਵੀ ਹਰ ਰੋਜ਼ ਲੋਕਾਂ ਨਾਲ ਵਾਅਦੇ ਕੀਤੇ ਜਾ ਰਹੇ ਨੇ ਕਿ ਜੇ ਦੁਬਾਰਾ ਸਾਡੀ ਸਰਕਾਰ ਆਉਂਦੀ ਹੈ ਤਾਂ 3 ਰੁਪਏ ਯੂਨਿਟ ਜਿਹੜੀ ਹੈ ਬਿਜਲੀ ਉਹ ਦਿੱਤੀ ਜਾਊਗੀ। ਉੱਥੇ ਹੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਵੀ ਪਹਿਲਾਂ ਬਿਜਲੀ ਦੇ ਮੁੱਦੇ ਦੇ ਉੱਤੇ ਵੱਡੇ ਐਲਾਨ ਕੀਤੇ ਗਏ ਨੇ, ਪਰੰਤੂ ਦੁੱਖ ਇਸ ਗੱਲ ਦਾ ਹੈ ਕਿ ਸਿਹਤ ਤੇ ਸਿੱਖਿਆ ਜਿਹੜੀ ਹੈ ਉਸ ਨੂੰ ਫ੍ਰੀ ਕਰਨ ਦੀ, ਲੋਕਾਂ ਤੱਕ, ਆਮ ਲੋਕਾਂ ਤੱਕ ਪਹੁੰਚ ਕਰਨ ਦੀ ਕਿਸੇ ਵੀ ਸਿਆਸੀ ਪਾਰਟੀ ਦੇ ਵੱਲੋਂ ਜਿਹੜੇ ਪੰਜਾਬ ਦੇ ਬੇਸਿਕ ਮੁੱਦੇ ਨੇ, ਬੇਸਿਕ ਨੀਡਸ ਨੇ, ਉਹ ਅਸਲ ਮੁੱਦੇ ਭੁੱਲ ਕੇ ਸਿਰਫ 2022 ਲਈ ਕੁਰਸੀ ਹਥਿਆਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ, ਅਜਿਹੇ ਹੀ ਵਾਅਦੇ ਕੀਤੇ ਜਾ ਰਹੇ ਨੇ। ਸੋ ਪੰਜਾਬ ਦੇ ਮੌਜੂਦਾ ਹਾਲਾਤਾਂ 'ਤੇ ਗੱਲ ਕਰਨ ਲਈ ਸਾਡੇ ਨਾਲ ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੌਲੀ ਮੌਜੂਦ ਨੇ, ਗੱਲਬਾਤ ਕਰਾਂਗੇ। ਸਹੌਲੀ ਸਾਹਿਬ, ਕਿਵੇਂ ਲੱਗਦਾ ਪੰਜਾਬ ਦੇ ਅੰਦਰ ਬੀਤੇ ਦਿਨੀ ਸੁਖਬੀਰ ਸਿੰਘ ਬਾਦਲ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਨੇ, ਉਹਨਾਂ ਵੱਲੋਂ ਜਿਹੜੇ ਬਹੁਤ ਵੱਡੇ ਵਾਅਦੇ ਕੀਤੇ ਗਏ ਨੇ, ਉਹਨਾਂ ਨੇ ਕਿਹਾ ਕਿ ਜੇ ਸਾਡੀ ਸਰਕਾਰ ਆ ਗਈ 400 ਯੂਨਿਟ ਬਿਜਲੀ ਹਰ ਮਹੀਨੇ ਫ੍ਰੀ, 10 ਲੱਖ ਤੱਕ ਦਾ ਇੰਸ਼ੋਰੈਂਸ ਤੇ ਕਿਸਾਨਾਂ ਨੂੰ 10 ਰੁਪਏ ਡੀਜ਼ਲ ਜਿਹੜਾ ਹੈ ਉਹ ਸਸਤਾ, ਤੇ ਹੋਰ ਬਹੁਤ ਸਾਰੇ ਵਾਅਦੇ ਕੀਤੇ ਨੇ। ਤੁਸੀਂ ਕਿਵੇਂ ਦੇਖਦੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਦਲ ਦਲ ਦਾ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ, ਉਹਨੇ ਇੱਕ ਮੈਂ ਪੜ੍ਹਿਆ ਉਹਦਾ ਪੇਪਰ 13 ਨਕਾਤੀ ਪ੍ਰੋਗਰਾਮ ਕਹਿ ਲਓ, ਚਾਹੇ ਉਹਨੂੰ 13 ਮੁੱਦੇ ਕਹਿ ਲਓ, ਉਹਦੇ 'ਚ ਉਹਨੇ ਕਿਹਾ ਹੈ ਕਿ ਜੇ ਅਕਾਲੀ ਤੇ ਹਾਥੀ ਵਾਲਿਆਂ ਦੀ ਸਰਕਾਰ ਆਉਂਦੀ ਹੈ, ਜਿਹਨੂੰ ਬਸਪਾ ਕਹਿੰਦੇ ਆਪਾਂ, ਕਿ ਅਸੀਂ ਲੋਕਾਂ ਦਾ ਜਿਹੜਾ ਜੋ ਵੀ ਮੁੱਦੇ ਨੇ ਉਹਨਾਂ ਦਾ ਹੱਲ ਕਰਾਂਗੇ। ਉਹਦੇ 'ਚ ਉਹ ਜ਼ਿਆਦਾਤਰ ਅੱਜ ਭਖਵਾ ਮੁੱਦਾ ਹੈ ਬਿਜਲੀ ਦਾ। ਉਹਨੇ ਕਿਹਾ ਹੈ ਕਿ ਬਿਜਲੀ ਅਸੀਂ 400 ਯੂਨਿਟ ਮੁਫਤ ਦੇ ਦਾਂਗੇ। ਭਾਈ ਜੇ ਸੁਖਬੀਰ ਸਿਆਂ 400 ਯੂਨਿਟ ਬਿਜਲੀ ਤੁਸੀਂ ਦੇਣੀ ਹੁੰਦੀ ਤਾਂ ਜਿਹੜਾ ਰੌਲਾ ਦੁਨੀਆ ਦੇ ਵਿੱਚ ਤੁਹਾਡਾ ਬਿਜਲੀ ਸਮਝੌਤਿਆਂ ਲਈ ਪੈ ਰਿਹਾ ਹੈ ਕਿ ਤੁਸੀਂ ਇਹੋ ਜਿਹੇ ਢੰਗ ਦੇ ਸਮਝੌਤੇ ਕਰਕੇ ਗਏ ਹੋ, ਤੁਸੀਂ ਤਾਂ ਐਸਾ ਪੰਜਾਬ ਬੇੜਾ ਗਰਕ ਕਰਕੇ ਗਏ ਹੋ ਕਿ ਪੰਜਾਬ ਉੱਠਦਾ ਨਹੀਂ। ਬਿਜਲੀ ਲਓ ਨਾ ਲਓ,
ਉਹਨਾਂ ਨੂੰ ਪੈਸੇ ਦੇਣੇ ਹੀ ਪੈਣਗੇ ਜਿਨ੍ਹਾਂ ਨਾਲ ਸਮਝੌਤਾ ਹੋਇਆ। ਬਿਜਲੀ ਲੈਣੀ ਨਹੀਂ। ਹੁਣ ਕਹਿ ਰਹੇ ਨੇ ਜਿਹੜਾ ਉੱਥੇ ਵਾਲਾ ਪਲਾਂਟ ਹੈ ਸਾਬੋ ਕੀ ਤਲਵੰਡੀ ਵਾਲਾ, ਇੱਕ ਯੂਨਿਟ ਦੀ ਬਿਜਲੀ ਨਹੀਂ ਆਈ ਆਪਣੇ, ਪਰ ਉਹ ਲੰਮੇ ਸਾਲਾਂ ਤੋਂ ਪੈਸੇ ਹਰ ਸਾਲ ਦੇਣੇ ਪੈ ਰਹੇ ਨੇ ਉਹਨੂੰ। ਇਹਦੇ ਕਰਕੇ ਤੇਰੇ ਵਾਲੀ 400 ਤਾਂ ਪਤਾ ਵੀ 10 ਸਾਲ ਤੈਂ ਰਾਜ ਕਰਿਆ, ਤੈਂ ਤੇਰੇ ਪੂਜਨੀਕ ਪਿਤਾ ਨੇ ਤੇ ਤੁਹਾਡੇ ਸਾਲਾ ਸਾਹਿਬ ਨੇ, ਜਿਹੜੇ ਤੁਸੀਂ ਕੇਬਲ ਤੋਂ ਲੈ ਕੇ, ਰੇਤੋਂ ਤੋਂ ਲੈ ਕੇ, ਹੈਲਥ ਤੋਂ ਲੈ ਕੇ, ਟਰਾਂਸਪੋਰਟ ਤੋਂ ਲੈ ਕੇ, ਕਿੰਨਾ ਕੁ ਮੈਂ ਗਣਿਆ ਵਾਂ ਕਿ ਤੁਸੀਂ ਤਾਂ ਕਿਤੇ ਛੱਡੇ ਹੀ ਨਹੀਂ। ਨਿੰਗਾਂ ਦੇ ਡੋਲ ਵਾਂਗੂ ਸਾਰਾ ਕੁਝ ਚੱਟ ਕੇ ਗਏ ਹੋ। ਹੇਠੋਂ ਹੁਣ ਥੱਲਾ ਹੀ ਤੱਕ ਦੇਖ ਰਿਹਾ ਕੈਪਟਨ ਅਮਰਿੰਦਰ ਕਿ ਥੱਲਾ ਤਾਂ ਚਮਕਣ ਲੱਗ ਗਿਆ ਵੀ ਥੱਲੇ 'ਚ ਤਾਂ ਹੈ ਨਹੀਂ ਕੁਛ। ਹੁਣ ਜਿਹੜਾ ਤੁਸੀਂ ਦੁਬਾਰਾ ਕਹਿ ਰਹੇ ਹੋ ਨਾ, ਤੁਸੀਂ ਤਾਂ ਕਹਿ ਰਹੇ ਹੋ ਕਿ ਜਿਹੜੀ ਕਾਸਰ ਰਹਿ ਗਈ, ਕੋਈ ਰੇਲਵੇ ਬੋਰਡ ਵਿਕਣ ਤੋਂ ਰਹਿੰਦਾ ਹੋਵੇ, ਕੋਈ ਜੇਲ੍ਹ ਵਿਕਣ ਤੋਂ ਰਹਿੰਦੀ ਹੋਵੇ, ਕੋਈ ਹਸਪਤਾਲ ਵਿਕਣ ਤੋਂ ਰਹਿੰਦਾ ਹੋਵੇ, ਸੁਖਬੀਰ ਸਿੰਘ ਤੇਰੀ ਨਿਗਾਹ ਵੀ ਉਹ ਵੀ ਵੇਚ ਕੇ ਚੱਟ ਦੀਏ ਛੇਤੀ। ਪਰ ਪੰਜਾਬ ਵਾਲੇ ਬਿਲਕੁਲ ਨਹੀਂ ਇਹ ਗੱਲਾਂ ਭੁੱਲਣਗੇ। ਜਿਹੜੀ ਚੀਜ਼ ਲੋਕ ਮੰਗਦੇ ਨੇ, ਨਾ ਕੇਜਰੀਵਾਲ ਐਲਾਨ ਕਰਦਾ ਉਹਦਾ, ਨਾ ਬਾਦਲ ਕਹਿੰਦੇ ਤਾਂ ਕਰਨਾ ਹੀ ਕੀ ਹੈ। ਇਹਨਾਂ ਨੂੰ ਤਾਂ ਮੈਂ ਦੱਸੇ ਦਿੱਤਾ ਕੀ ਕਰਤੂਤ ਹੈ। ਜਿਹੜਾ 4.5 ਸਾਲ ਹੋ ਗਏ, ਪੌਣੇ 5 ਦੇ ਨੇੜੇ ਜਾ ਰਿਹਾ ਕੈਪਟਨ ਅਮਰਿੰਦਰ, ਨਾ ਇਹਨੇ ਇੱਕ ਜਿਹੜਾ ਨਵਾਂ ਸ਼ੇਰ ਸ਼ਿੰਗਾਰ ਕੇ ਲਿਆਂਦਾ ਹੈ, ਤਾਜੀ ਖੱਲ ਪਾ ਕੇ ਨਵਜੋਤ ਸਿੱਧੂ, ਨਾ ਉਹ ਗੱਲ ਕਰਦਾ। ਲੋਕ ਮੰਗਦੇ ਨੇ ਕਿ ਵਿੱਦਿਆ ਵਿਚਾਰੀ ਪਰਉਪਕਾਰੀ ਵਿੱਦਿਆ ਨੂੰ ਬਚਾ ਲਈਏ। ਵਿੱਦਿਆ ਗਰੀਬ ਤੋਂ ਲੈ ਕੇ ਅਮੀਰ ਤੱਕ ਇੱਕੋ ਜੀ ਹੋਵੇ, ਇੱਥੇ ਵਿਤਕਰਾ ਨਾ ਹੋਵੇ, ਕਿਸੇ ਦਾ ਨਾਰਾ ਨਹੀਂ। ਇੱਕ ਕਹਿ ਰਹੇ ਨੇ ਕਿ ਸਾਡਾ ਸਿਹਤ 'ਚ ਕੋਈ ਗਰੀਬ ਅਮੀਰ ਨਹੀਂ ਹੁੰਦਾ। ਆਹ ਹੁਣ ਜਿਹੜੀਆਂ ਹੋਈਆਂ ਨੇ ਟੋਕੀਓ 'ਚ ਖੇਡਾਂ ਓਲੰਪਿਕ, ਉਹ ਖੇਡਾਂ ਨੇ ਦਿਖਾਤਾ ਕਿ ਸਾਡੀਆਂ ਧੀਆਂ ਬੱਬਰ ਸ਼ੇਰ, ਸਾਡੇ ਨੌਜਵਾਨ ਬੱਬਰ ਸ਼ੇਰ, ਜਿਨ੍ਹਾਂ ਨੇ ਹਿੰਦੁਸਤਾਨ ਦੁਬਾਰਾ ਖੜਾ ਕਰਤਾ ਸੀ। ਉਹ ਆ ਜਿਹੜਿਆਂ ਦੇ 90% ਕੁਰਬਾਨੀਆਂ ਨਾਲ ਹਿੰਦੁਸਤਾਨ ਆਇਆ ਸੀ। ਤੁਹਾਨੂੰ ਸਾਨੂੰ ਮਾਣ ਦਿੱਤਾ। ਪਰ ਮੈਨੂੰ ਦੁੱਖ ਇਹ ਗੱਲ ਦਾ ਕਿ ਛੋਟੇ ਜਿਹੇ ਪੰਜਾਬ ਨੇ ਐਨ ਜਿੰਦੇ ਲਾਤੇ ਹਿੰਦੁਸਤਾਨ 'ਚ, ਬੱਲੇ ਬੱਲੇ ਕਰਾਤੀ। ਪਰ ਸਾਡੇ ਸਿਆਸੀ ਲੋਕਾਂ ਨੇ ਜਿਹੜੇ ਉੱਤਰ ਕਾਟੋਂ ਬਾएं ਚੜ੍ਹਾਂ ਬਾਰ-ਬਾਰ ਰਾਜ ਭਾਗ 'ਤੇ ਆਉਂਦੇ ਨੇ, ਉਹਨਾਂ ਨੇ ਘੁਣ ਦੀ ਤਰ੍ਹਾਂ ਅਸੀਂ ਖਾ ਲਏ। ਆਪਦੇ ਅਦਾਰਿਆਂ ਨੂੰ ਸਕੂਲ ਵੱਡੇ ਖਿਲਾਤੇ, ਆਪਣੇ ਅਦਾਰਿਆਂ ਨੂੰ ਹਸਪਤਾਲ ਵੱਡੇ ਖਿਲਾਤੇ, ਆਪਦੇ ਅਦਾਰਿਆਂ ਨੂੰ ਹੈਰਾਨ ਹੋਵੋਗੇ ਤੁਸੀਂ ਕਿ ਯਾਰ ਇਹ ਸੁਣਿਆ ਸੀ ਕਦੇ ਵੀ ਦਵਾਈਆਂ ਦੀਆਂ ਫੈਕਟਰੀਆਂ ਲੈ ਲਓ। ਆਪਾਂ ਪੱਤਾ ਲੈ ਕੇ ਆਉਂਦੇ ਹਾਂ, ਪੱਤੇ ਦੇ ਰੇਟ ਕੁਛ ਹੋਰ, ਜਦੋਂ ਗਾਹਕ ਲੈਣ ਜਾਂਦਾ ਰੇਟ ਹੋਰ। ਫਿਰ ਡਾਕਟਰ ਹਸਪਤਾਲ ਖੁੱਲ੍ਹੇ ਨੇ, ਪ੍ਰਾਈਵੇਟ ਦੀ ਬੱਲੇ ਬੱਲੇ ਆ। ਪ੍ਰਾਈਵੇਟ ਵਾਲਾ 500 ਰੁਪਈਆ, ਹਸਪਤਾਲ ਵਾਲੇ ਦੀ ਜਿਹੜੀ 2 ਰੁਪਈਏ 5 ਰੁਪਈਏ ਪਰਚੀ ਹੈ, ਉੱਥੇ ਤਾਂ ਜਾਣ ਭਾਈ। ਹੁਣ ਬਿਲਡਿੰਗ ਥੋੜ੍ਹਾ ਦਵਾਈ ਦਿੰਦੀ ਹੈ, ਡਾਕਟਰ ਦਿੰਦੇ ਨੇ, ਟੀਚਰ ਦਿੰਦੇ ਨੇ। ਸਾਡੇ ਰਬਦਮਨ ਕਾਲਜ ਹੈ, ਇੱਥੇ ਓਪਨਲੀ ਦੱਸੋ, ਇੱਥੋਂ ਦਾ ਮੰਤਰੀ ਦੱਸੇ ਕਿ ਇੱਥੇ ਕਿੰਨੇ ਟੀਚਰ, ਕਿੰਨੇ ਪ੍ਰੋਫੈਸਰ ਨੇ ਜਿਹੜੇ ਰੈਗੂਲਰ ਹੋਣ। ਕੋਈ ਹੈ ਉਹ ਨਹੀਂ, ਸਿਰਫ 2 ਪੋਸਟਾਂ, ਇੱਕ ਪ੍ਰਿੰਸੀਪਲ ਤੇ ਉਹਦੇ ਨਾਲ ਸਟੂਡੈਂਟ। ਕੀ ਕਹਿੰਦਾ, ਇੱਕ ਅੱਧਾ ਹੋਰ ਗਲਤੀ ਨਾਲ ਪਰਮਾਨੈਂਟ ਹੋਵੇ, ਨਹੀਂ ਸਾਰਾ ਕੁਝ ਅਡਹੌਕ ਵਾਲੇ ਸਾਡੇ ਮੁੰਡਿਆਂ ਨੂੰ ਪੜ੍ਹਾਉਣਗੇ, ਸਾਡੀਆਂ ਧੀਆਂ ਨੂੰ ਪੜ੍ਹਾਉਣਗੇ। ਦੂਜੇ ਬੰਨੇ ਸੁਖਬੀਰ ਬਾਦਲ ਕਹਿੰਦਾ ਜੇ ਕੋਈ ਬਾਹਰਲੇ ਦੇਸ਼ ਜਾਣਾ ਚਾਹੇ ਅਸੀਂ ਬਿਨਾਂ ਵਿਆਜ ਲੋਨ ਦੇਵਾਂਗੇ। ਮਾਂ ਦਿਓ ਪੁੱਤੋ ਛੱਡਿਓ ਨਾ, ਕੋਈ ਰਹਿ ਨਾ ਜਾਵੇ ਪੰਜਾਬ ਦੀ ਧਰਤੀ 'ਤੇ। ਪੰਜਾਬ ਦੀ ਧਰਤੀ 'ਤੇ ਤੁਸੀਂ ਪੈਦਾ ਕਰਿਓ ਪਾਹਜ ਲੋਕ, ਜਿਹੜੇ ਹੱਥੀਂ ਕੰਮ ਕਰਦੇ ਹੋਣ। ਔਰ ਵੋਟਾਂ ਦੇ ਸਮੇਂ ਜਿਨ੍ਹਾਂ ਨੂੰ ਤੁਸੀਂ ਖਰੀਦ ਲਓ, ਖਰੀਦਣ ਵਾਲੇ ਬੱਚੇ ਪੈਦਾ ਕਰੋ ਤੁਸੀਂ। ਇਸ ਕਰਕੇ ਕਹਿ ਰਹੇ ਨੇ ਇਹ। ਦੂਜੇ ਬੰਨੇ ਹੈਲਥ ਸਿਸਟਮ ਹੈ, ਕਿਉਂ ਸੁਧਾਰਨ ਜੀ ਇਹ ਪਾਰਟੀਆਂ ਵਾਲੇ? ਤਾਂ ਨਹੀਂ ਸੁਧਾਰਦੇ। ਇਹਨਾਂ ਦੇ ਤਾਂ ਜੇ ਕੰਡਾ ਵੀ ਲੱਗੇ ਅਮਰੀਕਾ 'ਚ ਕਢਾਉਣਾ ਪੈਂਦਾ। ਸਾਡੇ ਜੇ ਆਪਰੇਸ਼ਨ ਵੀ ਹੋਣਾ ਤਾਂ ਵੀ ਸਾਨੂੰ ਦੇਖਣਾ ਪੈਂਦਾ ਕਿ 30,000 ਤਿਆਰ ਹੈ। ਜੇ 30,000 ਤਿਆਰ ਹੈ ਤਾਂ ਸਾਡੀ ਧੀ ਭੈਣ ਬੱਚੇ ਨੂੰ ਜਨਮ ਦਊਗੀ। ਨਹੀਂ ਇੱਥੇ ਸਾਡਾ ਸੱਤਿਆਨਾਸ਼ ਕਰਿਆ ਪਿਆ। ਕੇਜਰੀਵਾਲ ਸਾਹਿਬ, ਤੁਹਾਡੀ ਦਿੱਲੀ ਦਾ ਮਾਡਲ ਤੁਸੀਂ ਦਿਖਾ ਤਾਂ ਰਹੇ ਹੋ, ਪਰ ਜਿਹੜੇ ਇੱਥੇ ਤੁਹਾਡੇ ਵਿਰੋਧੀ ਧਿਰ ਵਾਲੇ ਨੇ ਉਹਨਾਂ ਨੂੰ ਤਾਂ ਪੁੱਛ ਲਓ ਕਦੇ ਕਿ ਤੁਸੀਂ ਕੀ ਕਰਦੇ ਹੋ। ਤੁਸੀਂ ਕੈਪਟਨ ਅਮਰਿੰਦਰ ਨੂੰ ਜਦ ਕਰੋੜਾਂ ਰੁਪਈਆ ਦੁਨੀਆ ਕਹਿ ਰਹੀ ਆ, ਅਖਬਾਰਾਂ 'ਚ ਆ ਰਿਹਾ ਕਿ ਕਰੋੜਾਂ ਰੁਪਈਆ ਕੈਪਟਨ ਅਮਰਿੰਦਰ ਨੇ ਇਸ ਪ੍ਰਸਤੀ 'ਚ, ਅਰਬਾਂ ਰੁਪਈਆ ਬਾਦਲ ਕਹਿੰਦੇ ਆ ਇਸ ਪ੍ਰਸਤੀ 'ਚ ਆਪਦੇ ਖਰਚੇ। ਜੇ ਕੋਈ ਬਿਮਾਰ ਹੋ ਗਿਆ, ਕੋਈ ਹੋਰ ਹੋ ਗਿਆ, ਸਾਰੇ ਸਰਕਾਰੀ ਖਜ਼ਾਨੇ 'ਚ ਅੱਜ ਤੱਕ ਦੱਬੀ ਜਾ ਰਹੇ ਨੇ। ਵਿਰੋਧੀ ਧਿਰ ਕੀ ਕਰਦੇ ਆ ਜੀ? ਵਿਰੋਧੀ ਧਿਰ ਨੇ ਕਿਉਂ ਨਾ ਰੌਲਾ ਪਾਇਆ? ਸਾਡਾ ਰੌਲਾ ਥੋੜ੍ਹਾ ਸੁਣਿਆ ਜਾਊ। ਜਦੋਂ ਸਾਤੋਂ ਗੁਰੂ ਨੇ ਸੇਵਾ ਲਈ ਅਸੀਂ ਪਾਵਾਂਗੇ। ਪਰ ਅੱਜ ਜਿਹੜੇ ਬਣ ਕੇ ਗਏ ਨੇ MLA, ਉਹਨਾਂ ਦਾ ਹੱਕ ਬਣਦਾ ਹੈ। ਮੈਂ ਸਪਸ਼ਟ ਕਹਿ ਦੇਣਾ ਚਾਹੁੰਦਾ ਕਿ ਹੱਸਦਾ ਬਾਹਦਾ ਪੰਜਾਬ ਰੱਖਣ ਦੇ ਲਈ ਅੱਜ ਲੋਕ ਇੰਨੇ ਕੁ ਕਿਸਾਨ ਅੰਦੋਲਨ ਨੇ ਜਗਾਤੇ ਕਿ ਇਹਨਾਂ ਨੂੰ ਘੇਰ ਰਹੇ ਨੇ, ਇਹਨਾਂ ਨੂੰ ਤਕਲੀਫ ਹੋ ਰਹੀ ਆ ਜੀ।
ਹੁਣ ਸੁਣਿਆ ਕਦੇ ਕਿ ਦੇਸ਼ ਦੇ ਸਾਬਕਾ ਰਾਜ ਭਾਗ ਤੇ ਰਹੇ ਲੋਕ, ਇੰਦਰਾ ਗਾਂਧੀ ਦਾ ਪਰਿਵਾਰ, ਤੁਹਾਨੂੰ ਮਾਣ ਹੋਣਾ ਚਾਹੀਦਾ ਕਿਸਾਨ ਵੀਰਾਂ ਤੇ ਕਿ ਐਂ ਕੱਲ ਲਾਈਨ ਲਾ ਕੇ ਸਾਡੀ ਕਿਸਾਨਾਂ ਦੀ ਪਾਰਲੀਮੈਂਟ ਸੁਣ ਰਹੇ ਸੀ। ਮੋਦੀ ਤੈਨੂੰ ਇਸ਼ਾਰਾ ਹੈ ਕਿ ਤੇਰੀ ਨਹੀਂ ਸੁਣੀ ਕਿਸੇ ਨੇ ਪ੍ਰਧਾਨ ਮੰਤਰੀ, ਕਿਸਾਨਾਂ ਦੀ ਸੁਣੀ, ਪਰ ਤੈਨੂੰ ਹਾਲੇ ਵੀ ਸੰਗ ਨਹੀਂ ਆਉਂਦੀ। ਹਾਲੇ ਵੀ ਤੂੰ ਪਤਾ ਨਹੀਂ ਕਿੰਨੇ ਕੁ ਹੰਕਾਰ ਦੇ ਲਸੇ 'ਚ ਹੈ ਕਿ ਹਾਲੇ ਵੀ ਆਕੜ ਕੇ ਕਹਿ ਰਹੇ ਹੈ ਕਿ ਹਮ ਜੀ ਇਹ ਕਾਲੇ ਕਾਨੂੰਨ ਵਾਪਸ ਨਹੀਂ ਲੈਂਗੇ। ਜੇ ਕਾਲੇ ਕਾਨੂੰਨ ਵਾਪਸ ਨਹੀਂ ਲੈਂਗੇ ਮੋਦੀ ਸਾਹਿਬ ਤਾਂ ਬਾਹਰਲੇ ਦੇਸ਼ਾਂ 'ਚ ਤੁਹਾਡੇ ਕੋ ਸਲੂਟ ਵੀ ਨਹੀਂ ਪਾਏਂਗੇ, ਤੇਰਾ ਸਲੂਟ ਵੀ ਬੰਦ ਹੋ ਗਿਆ। ਇਹ ਅਸੀਂ ਭਗਤ ਧੰਨੇ ਦੀਆਂ ਅੰਸ਼-ਬੰਸਾਂ ਜਿਹੜੇ ਕਿਰਤੀ ਬੰਦਿਆਂ ਕਮਾ ਕੇ ਦੁਨੀਆ ਦਾ ਢਿੱਡ ਭਰਦੇ ਆ, ਜਦੋਂ ਫਸਲ ਵਿਕ ਜਾਂਦੀ ਆ ਕਿਤੇ ਨਹੀਂ ਦੇਖਿਆ ਜਾਂਦਾ ਵੀ ਇਹ ਹਿੰਦੂ ਨੇ ਨਹੀਂ ਖਾਣੀ, ਇਹ ਮੁਸਲਮਾਨ ਨੇ ਨਹੀਂ ਖਾਣੀ। ਸਾਰੇ ਧਰਮਾਂ ਦੇ ਲੋਕਾਂ ਦੇ ਅਸੀਂ ਢਿੱਡ 'ਚ ਸਮੇਤ ਜਿਹੜਾ ਇੱਥੇ ਜਨਮ ਲੈਂਦਾ ਜਾਨਵਰ ਦਾ 84 ਲੱਖ ਨੂੰ ਕਿਸਾਨ ਅੰਨ ਦਿੰਦਾ, ਪਰ ਦਿੰਦਾ ਗੁਰੂ। ਮੈਂ ਕਿਸਾਨ ਦਾ ਨਾਂ ਤਾਂ ਲੈਣਾ ਕਿ ਉਹ ਕਿਰਤੀ ਬੰਦਾ ਹੈ, ਆਪ ਹੱਥੀਂ ਕੰਮ ਕਰਦਾ ਹੈ। ਇਸ ਲਈ ਮੈਂ ਕਹਿਣਾ ਚਾਹੁੰਦਾ ਕਿ ਤਰਸ ਕਰੋ, ਵੱਡੇ ਵੱਡੇ ਲੱਛੇਦਾਰ ਭਾਸ਼ਣ ਛੱਡ ਦਿਓ, ਨਾ ਲੋਕਾਂ ਦੇ ਅੱਖਾਂ 'ਚ ਘੱਟਾ ਪਾਓ। ਪੰਜਾਬ ਉੱਜੜ ਰਿਹਾ, ਪੰਜਾਬ ਲੁੱਟਿਆ ਜਾ ਰਿਹਾ। ਇਹ ਸਪਸ਼ਟ ਕਰੇ ਹਰੇਕ ਪਾਰਟੀ ਕਿ ਪੈਸਾ ਕਿੱਥੋਂ ਆਊਗਾ ਜਿਹਦੇ ਨਾਲ ਪੰਜਾਬ ਦੇ ਵਿੱਚ ਤੁਸੀਂ ਜੋ ਐਲਾਨ ਕਰਦੇ ਹੋ ਪੂਰੇ ਕਰੋਗੇ। ਇੱਕ ਨਾ ਪ੍ਰਸ਼ਾਂਤ ਕਿਸ਼ੋਰ ਹੈ ਜਿਹੜਾ ਇੱਕੋ ਰਣਨੀਤੀਕਾਰ ਹੈ, ਉਹ ਸਰਕਾਰਾਂ ਬਣਾਉਣ ਦੇ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਹਾਲਾਂਕਿ ਉਹਨੂੰ ਇੱਕ ਤਰ੍ਹਾਂ ਦੇ ਝੂਠ ਦੀ ਰਾਜਨੀਤੀ ਜਾਂ ਗੱਪ ਕੁਝ ਵੀ ਲਫ਼ਜ਼ ਹੈ ਜਿਹੜੇ ਉਹ ਇੱਕ ਬਹੁਤ ਵੱਡਾ ਇੱਕ ਮੁੱਦਾ ਹੈ ਪੰਜਾਬ ਦੇ ਕਿ ਦੇਸ਼ ਦੇ ਅੰਦਰ। ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਉਹਨੇ ਸਲਾਹ ਦਿੱਤੀ ਤੇ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀਆਂ ਸੌਹਾਂ ਵੀ ਖਾਧੀਆਂ, ਹੋਰ ਵੀ ਐਲਾਨ ਕੀਤੇ, ਪਰੰਤੂ ਸਾਰੇ ਪੰਜਾਬੀ ਜਾਣਦੇ ਨੇ ਕਿ ਕਿੰਨੇ ਕੁ ਵਾਅਦੇ ਪੂਰੇ ਹੋਏ ਨੇ। ਹੁਣ ਨਵਜੋਤ ਸਿੱਧੂ ਆਏ ਨੇ, ਨਵਜੋਤ ਸਿੱਧੂ ਕਹਿ ਰਹੇ ਨੇ ਕਿ ਜੇ ਦੁਬਾਰਾ ਸਰਕਾਰ ਬਣਦੀ ਹੈ ਤਾਂ 3 ਰੁਪਏ ਯੂਨਿਟ ਬਿਜਲੀ ਅਤੇ ਸਮੁੱਚੇ ਜਿਹੜੇ ਵਾਅਦੇ ਨੇ ਮੈਂ ਪੂਰੇ ਕਰ ਦੂੰਗਾ। ਤੁਸੀਂ ਪ੍ਰਸ਼ਾਂਤ ਕਿਸ਼ੋਰ ਦੀ ਭੂਮਿਕਾ ਨੂੰ ਤੇ ਜੋ ਸਾਡੇ ਇੱਕ ਵੱਖਰੀ ਤਰ੍ਹਾਂ ਦੀ ਰਾਜਨੀਤੀ ਝੂਠ ਬੋਲਣ ਦੀ ਕਹਿ ਲਓ ਜਾਂ ਪ੍ਰਸ਼ਾਂਤ ਕਿਸ਼ੋਰ ਹੈ ਜਿਹੜਾ, ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਜਿਹੜਾ ਤੁਸੀਂ ਪ੍ਰਸ਼ਾਂਤ ਕਿਸ਼ੋਰ ਦਾ ਛੋਟਾ ਨਾਮ ਹੈ, ਰਾਤ ਟੀਵੀ ਤੇ ਦੇਖ ਰਿਹਾ ਸੀ, ਪੀਕੇ, ਜਿਹੜਾ ਇਹ ਪੀਕੇ ਆ ਨਾ, ਪੀਕੇ ਸ਼ਬਦ ਇਹੋ ਜਿਹਾ ਪੀਕੇ ਵੀ ਰਾਜੇ ਵੀ ਪੀਂਦੇ ਨੇ, ਜਿਹੜਾ ਵਿਚੋਲਾ ਰੱਖ ਲਿਆ ਉਹ ਵੀ ਪੀ ਕੇ ਗਲਾਸੀ ਪੜਿਆ ਕੇ ਸਾਡੇ ਫਿਰ ਫੈਸਲੇ ਕਰਦੇ ਨੇ। ਇਹ ਗਲਾਸੀ ਵਾਲਿਆਂ ਦੇ ਫੈਸਲੇ ਫਿਰ ਸਿਰੇ ਨਹੀਂ ਲੱਗਦੇ ਹੁੰਦੇ। ਹੁਣ ਪ੍ਰਸ਼ਾਂਤ ਕਿਸ਼ੋਰ ਇਸ ਵਾਰੀ ਕਿਵੇਂ ਭੱਜ ਗਿਆ? ਤਾਂ ਭੱਜਿਆ ਕਿ ਕਾਠ ਦੀ ਹਾਂਡੀ ਬਾਰ-ਬਾਰ ਨਹੀਂ ਚੜ੍ਹਦੀ। ਪਿਛਲੀ ਵਾਰੀ ਤਾਂ ਤੂੰ ਆਪਣੇ ਸੋਰਸਾਂ ਰਾਹੀਂ ਪਤਾ ਕਰ ਲਿਆ ਕਿ ਇਹ ਬੰਦੇ ਨੂੰ ਕੀ ਚਾਹੀਦਾ, ਇਹਨੂੰ ਕੀ ਚਾਹੀਦਾ। ਇਹਨੂੰ ਪਤਾ ਸੀ ਵੀ ਬਾਦਲ ਕੇ ਬੇਆਦਮੀਆਂ ਦੇ ਨੱਪੇ ਪਏ ਨੇ, ਲੋਕ ਦੁਖੀ ਨੇ। ਇੱਥੇ ਜ਼ਿਆਦਾਤਰ ਬਹੁਤ ਧਰਮ ਦੇ ਜਿਹੜੇ ਲੋਕ ਨੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਦੇ ਨੇ, ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ। ਇਹਨੇ ਉਹ ਮੁੱਦਾ ਲੈ ਕੇ ਕੈਪਟਨ ਨੂੰ ਦਿੱਤਾ ਕਿ ਤੂੰ ਘਰ ਕੈਪਟਨ ਕਰ ਦੇ, ਕਾਂਗਰਸ ਦੀ ਗੱਲ ਨਹੀਂ ਚੱਲਣੀ। ਕਾਂਗਰਸ ਨੂੰ ਲੋਕ ਸੁਣ ਕੇ 84 ਯਾਦ ਕਰ ਲੈਂਦੇ ਨੇ, ਤੂੰ ਨਾ ਇਹ ਆਪਦਾ ਚਲਾ ਦੇ। ਇਸ ਵਾਰੀ ਜੇ ਘਰ ਕੈਪਟਨ ਨਹੀਂ, ਅੱਜ ਇਸ ਵਾਰੀ ਕੀ ਕਹੂਗਾ ਫਿਰ? ਘਰ ਅੱਜ ਕੌਣ? ਸਿੱਧੂ, ਜਿਹਦਾ ਕੋਈ ਸਟੈਂਡ ਨਹੀਂ, ਜਿਹੜਾ ਆਪਦੀ ਸਰਕਾਰ ਨੂੰ ਆਪਣੀ ਸਰਕਾਰ ਹੀ ਨਹੀਂ ਮੰਨ ਰਿਹਾ, ਜਿਹੜਾ ਕਹਿ ਰਿਹਾ ਜੇ ਸਾਡੀ ਸਰਕਾਰ ਆ ਗਈ 3 ਰੁਪਏ ਯੂਨਿਟ। ਸਿੱਧੂ ਸਾਹਿਬ ਤਾਂ ਹੀ ਸਿਆਣੇ ਕਹਿੰਦੇ ਹੁੰਦੇ ਨੇ, ਜਿਹੜਾ ਦਰ ਦਾ ਪ੍ਰਾਹੁਣਾ ਹੋਵੇ ਨਾ, ਜਾਂ ਉਹ ਜ਼ਿਆਦੇ ਰੱਜ ਲੈਂਦਾ ਜਾਂ ਭੁੱਖਾ ਹੀ ਰਹਿ ਜਾਂਦਾ। ਹੁਣ ਪਤੰਦਰਾ ਤੂੰ ਇਹੀ ਦੱਸ ਦੇ ਲੋਕਾਂ ਨੂੰ ਵੀ ਤੈਂ ਛੱਡਿਆ ਨਹੀਂ ਕੁਛ, ਹੁਣ ਤੂੰ ਐਂ ਤਾਂ ਦੱਸ ਦੇ ਬੋਲੀ ਕੀ ਜਾਂਦਾ, ਤੇਰਾ ਪਤਾ ਤਾਂ ਲੱਗੇ ਵੀ ਕਹਿਣਾ ਕੀ ਹੈ। ਕੈਪਟਨ ਨੂੰ ਜਾਂ ਤਾਂ ਇਹ ਕਹਿ ਵੀ ਕੈਪਟਨ ਬਾਦਲਾਂ ਦਾ ਹੈ, ਕੈਪਟਨ ਬਾਦਲਾਂ ਨਾਲ ਰਲਿਆ ਹੋਇਆ ਹੈ, ਮੈਨੂੰ ਮੌਕਾ ਦਿਓ। ਜਿਹੜੀ ਮੈਂ ਨਵੀਂ ਕਾਂਗਰਸ ਲੈ ਕੇ ਹਾਂ, ਨਵੀਂ ਕਾਂਗਰਸ ਨੂੰ ਮੌਕਾ ਦਿਓ, ਅਸੀਂ 3 ਰੁਪਏ ਕਰਾਂਗੇ, ਲੋਕ ਮੰਨ ਲੈਣਗੇ। ਪਰ ਜਿੰਨੀ ਦੇਰ ਤੂੰ ਐ ਚੋਰਾਂ ਵਾਂਗੂ ਘੁਣਕਣੇ 'ਚ ਮੂੰਹ ਕਰਕੇ ਬੋਲਦਾ, ਬਿਲਕੁਲ ਨਹੀਂ ਲੋਕਾਂ ਨੇ ਤੇਰਾ ਸੁਣਨਾ, ਓਨੀ ਦੇਰ ਤੇਰਾ ਵਿਰੋਧ ਹੋ ਰਿਹਾ ਹੈ। ਦੂਜੇ ਬੰਨੇ ਤੇਰੀ ਜ਼ਬਾਨ 'ਚੋਂ ਜਦੋਂ ਬੰਦਾ ਬੇਈਮਾਨੀ ਨਾਲ ਗੱਲ ਕਰੇ ਨਾ, ਉਹਦੀ ਜ਼ਬਾਨ 'ਚੋਂ ਸੱਚ ਨਿਕਲ ਆਉਂਦਾ। ਇਹ ਕਹਿੰਦਾ ਖੂਹ ਕੋਲ ਆਉਂਦੇ ਨੇ ਜੀ ਪਾਣੀ ਪੀਣ, ਆਪਾਂ ਕਦ ਕਿਤੋਂ ਖੂਹ ਬਣ ਗਏ? ਓਏ ਆਪਾਂ ਤਾਂ ਹਾਰੇ ਠੂਠੀ ਵੀ ਨਹੀਂ ਬਣੇ, ਚੱਪਣੀ ਵੀ ਨਹੀਂ ਬਣੇ। ਚੱਪਣੀ ਤਾਂ ਬਣ ਜੋ। ਜੇ ਤੂੰ ਖੂਹ ਹੁੰਦਾ ਤੂੰ 1 ਮਿੰਟ ਨਹੀਂ ਤੀ ਲਾਉਂਦਾ, ਦਿਨ ਰਾਤ ਤੂੰ ਤੇ ਤੇਰੀ ਬੀਬੀ ਡਾਕਟਰ ਮੈਡਮ ਉਹ ਕਰਦੀ ਡਾਕਟਰੀ ਲੋਕਾਂ ਦੀ ਮਦਦ। ਉੱਥੇ ਬਾਰਡਰ ਤੇ ਬੈਠੇ ਨੇ ਜਿਹੜੇ, ਜਿਨ੍ਹਾਂ ਨੂੰ 8 ਮਹੀਨੇ ਹੋ ਗਏ ਬੈਠਿਆਂ ਨੂੰ, ਮੈਡੀਕਲ ਸਹੂਲਤ ਦਿੰਦੀ ਡਾਕਟਰਨੀ ਮੈਡਮ ਤੇਰੀ ਨਵਜੋਤ ਕੌਰ। ਤੂੰ ਉੱਥੇ ਬੱਬਰ ਸ਼ੇਰ ਬਣ ਕੇ ਉੱਥੇ ਉਹ ਸਟੇਜ ਤੋਂ ਕਿਸਾਨਾਂ ਦੀ ਤੋਂ ਬੁੜਕਦਾ,
ਪਰ ਭਾਈ ਜਿੰਨੀ ਦੇਰ ਪਿੱਛੇ ਸੱਜ ਬੰਨਿਆ ਨਾ, ਉਹ ਸੱਜ ਕਰਦਾ ਸਰਜੀਤ ਸਿੰਘ ਖੜਕਾ, ਸੱਜ ਵੱਜਣ ਕਰਕੇ ਇਹਦਾ ਡੌਰੂ ਵੱਜਣੋਂ ਹਟਿਆ ਹੋਇਆ। ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਜਿੰਨੇ ਵੀ ਲੋਕ ਇੱਥੇ ਸ਼ਰਾਰਤਾਂ ਕਰਨਗੇ, ਕੋਈ ਪ੍ਰਸ਼ਾਂਤ ਕਿਸ਼ੋਰ ਵਾਲੀ ਗੱਲ ਨਹੀਂ, ਕੋਈ ਕੁਛ ਨਹੀਂ। ਇਹ ਪੰਜਾਬ ਹੈ, ਭੱਜ ਗਿਆ ਪ੍ਰਸ਼ਾਂਤ ਕਿਸ਼ੋਰ ਤਾਂ ਜਾਂਦਾ ਇੱਧਰ ਨੂੰ, ਝਾਕੂਗਾ ਵੀ ਨਹੀਂ। ਜ਼ੋਰ ਲਾ ਲੈਣ, ਕਹਿੰਦੇ ਜੀ ਹੁਣ ਨੈਸ਼ਨਲ ਜਾ ਕੇ ਕਾਂਗਰਸ ਨੂੰ ਬਚਾਊਗਾ ਜੀ। ਉਹ ਭਾਈ ਇਹ ਲੋਕ ਹੁੰਦੇ ਨੇ ਡੌਰੂ ਵਜਾਉਂਦੇ ਨੇ। ਇਹਨੇ ਡੌਰੂ ਪਿਛਲੀ ਵਾਰੀ ਵਜਾਤਾ, ਇਹਦਾ ਦਾ ਠੀਕ ਆ ਗਿਆ। ਰਾਜਨੀਤਿਕ ਲੋਕਾਂ ਦੇ ਦਿਮਾਗ 'ਚ ਇਹ ਆ ਗਿਆ ਜੀ, ਇਹ ਪਤਾ ਨਹੀਂ ਕਿੱਡਾ ਕੁ ਰੁਸਤਮੇ ਹੁੰਦਾ ਹੈ ਵੀ ਜਿਹੜਾ ਇਹ ਦਾ ਸਿਖਾਉਂਦਾ ਉਹਦੇ ਨਾਲ ਹੀ ਰਾਜ ਭਾਗ ਬਣਦਾ। ਰਾਜ ਭਾਗ ਤਾਂ ਲੋਕਾਂ ਨੇ ਬਣਾਉਣਾ। ਅੱਜ ਕੇਂਦਰ ਬਿੰਦੂ ਕੋਈ ਮੰਨੇ ਨਾ ਮੰਨੇ ਸਿਆਸੀ ਬੰਦਾ, ਅੱਜ ਕੇਂਦਰ ਬਿੰਦੂ ਸਾਰਾ ਕਿਸਾਨ ਨੇ। ਜਿੱਧਰ ਨੂੰ ਕਿਸਾਨਾਂ ਨੇ ਲਲਕਾਰਾ ਮਾਰਤਾ, ਕਰਾਹ ਪਾ ਕੇ ਸਾਰਿਆਂ ਨੂੰ ਇਕੱਠੇ ਕਰ ਦੇਣਗੇ। ਕਿਸੇ ਦਾ ਉਰੇ ਪਾਣੀ ਨਹੀਂ ਚੜ੍ਹਨਾ। ਮੈਂ ਸਪਸ਼ਟ ਕਰ ਦੇਣਾ ਚਾਹੁੰਦਾ, ਇਹ ਬਚੂ ਵੀ ਤਾਂ ਪੰਜਾਬ, ਹਿੰਦੁਸਤਾਨ ਤਾਂ ਬਚੂਗਾ ਜੇ ਕਿਸਾਨ ਬਚੇ ਰਹਿਣਗੇ। ਪਰ ਜਿਹੜੀਆਂ ਸ਼ਰਾਰਤਾਂ ਨਾਲ ਦੇਸ਼ ਦਾ ਪ੍ਰਧਾਨ ਮੰਤਰੀ ਚੋਰ ਮੋਰੀ, ਕਦੇ ਕੋਈ ਬਿੱਲ ਪਾਸ ਕਰਦਾ, ਕਦੇ ਕੋਈ ਕਰਦਾ ਵੀ ਇਹ ਤਾਂ ਸਾਨੂੰ ਗਾਲਾਂ ਕੱਢਣ ਲੱਗੇ ਨੇ ਯਾਰ, ਬਾਈਕਾਟ ਕਰਨ ਲੱਗੇ ਹੋਏ ਨੇ। ਬਿੱਲ ਪਾਸ ਪਹਿਲਾਂ ਇੱਥੇ ਬਹੁਤ ਸਰਕਾਰਾਂ ਕਰਕੇ ਚਲੀਆਂ ਗਈਆਂ, ਉਹ ਲਾਗੂ ਜ਼ਮੀਨ ਤੇ ਹੋਣਾ। ਮੋਦੀ ਸਾਹਿਬ ਜਦ ਤੁਸੀਂ ਜ਼ਮੀਨ ਤੇ ਭੇਜੋਗੇ ਲਾਗੂ ਕਰਨਾ, ਉਦੋਂ ਪਤਾ ਲੱਗੂਗਾ ਕਿ 1 ਕਰੋੜ ਜੁਰਮਾਨਾ ਤੇ ਜਿਹੜੇ ਕਹਿੰਦੇ ਕਿਸਾਨਾਂ ਨੂੰ ਜੇ ਅੱਗ ਲਾਤੀ ਸਜ਼ਾ ਹੋ ਜੂਗੀ। ਆਇਓ ਤਾਂ ਸਹੀ ਖੇਤਾਂ 'ਚ, ਖੇਤ ਸਾਡੇ ਨੇ, ਇਹ ਸਾਡੇ ਹੀ ਰਹਿਣਗੇ। ਖੇਤ ਕੋਠੀਆਂ ਪਾਉਣ ਨੂੰ ਨਹੀਂ ਹੁੰਦੇ, ਖੇਤ ਅਨਾਜ ਉਗਾਉਣ ਨੂੰ ਹੁੰਦੇ ਨੇ, ਜਿਹੜਾ ਅਸੀਂ ਅਨਾਜ ਉਗਾ ਕੇ ਲੋਕਾਂ ਦਾ ਢਿੱਡ ਭਰਦੇ ਹਾਂ। ਸੋਲੀ ਸਾਹਿਬ, ਇੱਕ ਪਾਸੇ ਸਰਕਾਰ, ਪੰਜਾਬ ਸਰਕਾਰ ਕਹਿ ਰਹੀ ਹੈ ਖਜ਼ਾਨਾ ਖਾਲੀ ਹੈ, ਜਿਹੜਾ ਸਾਡਾ ਸਰਮਾਇਆ ਹੈ ਉਹ ਵਿਦੇਸ਼ਾਂ 'ਚ ਨੂੰ ਜਾ ਰਿਹਾ, ਸਾਡੇ ਧੀ ਪੁੱਤ। ਪਰੰਤੂ ਦੂਜੇ ਪਾਸੇ 93 ਵਿਧਾਇਕਾਂ ਦਾ ਟੈਕਸ ਹੈ ਜਿਹੜਾ ਉਹ ਸਰਕਾਰ ਪੇ ਕਰ ਰਹੀ ਹੈ, ਜਿਹੜੇ ਪਹਿਲੇ ਹੀ ਕਰੋੜਪਤੀ ਨੇ। ਕਿਵੇਂ ਦੇ ਖਜ਼ਾਨਾ ਖਾਲੀ ਹੈ ਸਾਡੀ ਬਿਰਧ ਮਾਂ ਨੂੰ ਪੈਨਸ਼ਨ ਦੇਣ ਤੋਂ, ਖਜ਼ਾਨਾ ਖਾਲੀ ਹੈ ਲਾਂਗੜੇ ਲੂੰਜੇ ਜਿਨ੍ਹਾਂ ਨੂੰ ਅਪਾਹਜ ਕਹਿੰਦੇ ਆ ਉਹਨਾਂ ਨੂੰ ਪੈਨਸ਼ਨ ਦੇਣ ਤੋਂ, ਖਜ਼ਾਨਾ ਖਾਲੀ ਹੈ ਲੋੜਵੰਦ ਨੂੰ ਦੇਣ ਤੋਂ, ਖਜ਼ਾਨਾ ਖਾਲੀ ਹੈ ਜਿਹੜੇ ਆ ਯੋਧੇ ਹੁਣ ਜਿਨ੍ਹਾਂ ਨੇ ਦੁਨੀਆ 'ਚ ਨਾਂ ਹਿੰਦੁਸਤਾਨ ਦਾ ਲੈ ਕੇ ਗਏ ਨੇ, ਜਿਨ੍ਹਾਂ ਦਾ ਜਿਹੜੇ ਖਿਡਾਰੀਆਂ ਨੇ, ਸਾਡੀਆਂ ਆਮ ਘਰਾਂ ਦੀਆਂ ਧੀਆਂ ਭੈਣਾਂ ਨੇ। ਗਰਾਊਂਡ ਉਰੇ ਨਹੀਂ, ਹੋਰ ਕੋਈ ਸਾਧਨ ਉਰੇ ਨਹੀਂ, ਖਜ਼ਾਨਾ ਖਾਲੀ ਉਹਨਾਂ ਲਈ ਹੈ। ਖਜ਼ਾਨਾ ਖਾਲੀ ਨਾ ਤਾਂ ਬਾਦਲ ਕਿਆ ਲਈ ਹੈ, ਨਾ ਖਜ਼ਾਨਾ ਕਾਂਗਰਸੀਆਂ ਲਈ ਹੈ। ਦੇਖਣ ਨੂੰ ਬਹੁਤ ਵੱਡੇ ਵੱਡੇ ਕਾਰੋਬਾਰ ਅੱਜ ਕੱਲ੍ਹ ਤਾਂ ਧੰਨਵਾਦ ਮੀਡੀਆ ਦਾ, ਸਾਰਾ ਕੁਝ ਦੱਸ ਦਿੰਦੇ ਨੇ ਵੀ ਕਿੰਨੇ 100 ਕਰੋੜ ਕਿਹਦੀ, ਕਿੰਨੇ 100 ਕਰੋੜ ਕਿਹਦੀ। ਪਰ ਮੈਨੂੰ ਸ਼ਰਮ ਉਦੋਂ ਆਉਂਦਾ ਹੈ ਕਿ ਆਮ ਬੰਦਾ ਦਾ ਟੈਕਸ ਕੋਲੋਂ ਭਰਦਾ, ਇਹ ਗਰੀਬ ਲੋਕਾਂ ਦੀ ਜੇਬ 'ਚੋਂ ਟੈਕਸ ਭਰਦੇ ਨੇ। ਖਜ਼ਾਨਾ ਲੋਕਾਂ ਦੀ ਜੇਬ ਹੈ। ਇਹਦੇ ਕਰਕੇ ਜਿਹੜਾ ਮਾੜਾ ਮੋਟਾ ਪੈਸਾ ਇੱਥੇ ਰਹਿਣਾ ਸੀ, ਸੁਖਬੀਰ ਬਾਦਲ ਦਾ ਤਾਂ ਧੰਨਵਾਦ, ਉਹਨੇ ਐਲਾਨ ਕਰਤਾ ਵੀ ਫਟਾਫਟ ਲੋਨ ਕਰਾਓ ਤੇ ਨਿਆਣਿਆਂ ਨੂੰ ਬਾਹਰਲੇ ਦੇਸ਼ ਨੂੰ ਚੜਾਓ, ਇੱਥੇ ਨਾ ਕੋਈ ਰਹਿ ਜੇ ਕਿਤੇ, ਅਸੀਂ ਨਹੀਂ ਦਿੰਦੇ ਤੁਹਾਨੂੰ ਕੁਛ। ਇਹੀ ਕਪਤਾਨ ਸਾਹਿਬ ਤੱਕ ਦੇ ਵਿਚਾਰਾ ਸੁੱਤਾ ਹੀ ਨਹੀਂ ਉੱਠਿਆ, ਉਹਨੇ ਤਾਂ ਧਿਆਨ ਹੀ ਨਹੀਂ ਦਿੱਤਾ ਵੀ ਇੱਥੋਂ ਕਿੰਨੇ 100 ਬੱਚਾ ਰੋਜ਼ ਹਰ ਮਹੀਨੇ ਕਿ ਇੱਥੋਂ ਜਹਾਜ਼ ਭਰ ਜਾਂਦੇ ਨੇ। ਤਾਂ ਕਰੋਨਾ ਕਰਕੇ ਬ੍ਰੇਕ ਆ ਗਈ, ਨਹੀਂ ਪੰਜਾਬ 'ਚ ਤਾਂ ਪੜ੍ਹਿਆ ਲਿਖਿਆ ਕਿਤੇ ਕਿਤੇ ਦਿਖਣਾ ਤੀ, ਸਭ ਜਹਾਜ਼ ਭਰ ਕੇ ਬਾਹਰ ਚਲੇ ਗਏ। ਪਰ ਚਿੰਤਾ ਸਾਨੂੰ ਕਿਸੇ ਨੂੰ ਨਹੀਂ ਹੈਗੀ। ਅਸੀਂ ਤਾਂ ਗੁਰੂ ਘਰ ਮੱਥਾ ਵੀ ਇਮਾਨਦਾਰੀ ਨਾਲ ਨਹੀਂ ਟੇਕਦੇ। ਜੇ ਅਸੀਂ ਸੋਚ ਕਰੀਏ ਕਿ ਅਸੀਂ ਆਹ ਲੋਕਾਂ 'ਤੇ ਰਾਜ ਕਰਨਾ, ਫਿਰ ਇਹਨਾਂ ਦਾ ਅਸੀਂ ਖਿਆਲ ਵੀ ਰੱਖੀਏ। ਮੈਨੂੰ ਸਮਝ ਨਹੀਂ ਆਉਂਦੀ ਕਿ ਰਾਜ ਭਾਗ ਪਤਾ ਨਹੀਂ ਖਾਲੀ ਪੰਜਾਬ 'ਤੇ ਕਰਨਾ ਚਾਹੁੰਦੇ ਨੇ ਇਹ ਲੋਕ, ਕਿਉਂ ਬੇੜਾ ਕਰਨ ਲੱਗੇ ਨੇ। ਸੋਲੀ ਸਾਹਿਬ, ਤੁਸੀਂ ਨਹੀਂ ਸਮਝਦੇ ਵੀ ਜਿਹੜਾ ਇਹ ਚੋਣ ਮੈਨੀਫੈਸਟੋ ਇੱਕ ਕਾਨੂੰਨੀ ਦਸਤਾਵੇਜ਼ ਬਣਨਾ ਚਾਹੀਦਾ ਹੈ, ਤੇ ਜਿਸ ਵੀ ਪਾਰਟੀ ਨੇ ਵਾਅਦੇ ਪੂਰੇ ਨਾ ਕੀਤੇ ਤੇ ਉਹਤੇ ਕਾਨੂੰਨ ਕਾਰਵਾਈ ਔਰ ਆਉਣ ਵਾਲੇ ਸਮੇਂ 'ਚ ਚੋਣ ਲੜਨ ਤੋਂ ਯੋਗ ਕਰਾ ਦੇਣਾ ਚਾਹੀਦਾ? ਮੈਂ ਕਹਿ ਰਿਹਾ ਵੀ ਇਹ ਜਿਹੜਾ ਚੋਣ ਮੈਨੀਫੈਸਟੋ ਕਿਸੇ ਦਾ ਵੀ ਹੋਵੇ, ਕਾਨੂੰਨੀ ਦਸਤੇ ਵਾਲਾ ਕੰਮ ਤਾਂ ਨਹੀਂ ਚੱਲਣਾ। ਉਹ ਤਾਂ ਇਹ ਹੈ ਕਾਨੂੰਨ ਤੇ ਰਾਜ ਭਾਗ ਤੇ ਜਿਹੜੇ ਜੱਜ ਫੈਸਲਾ ਦਿੰਦੇ ਨੇ ਉਹਨਾਂ ਦਾ ਆਪਾਂ ਨੂੰ ਪਤਾ ਹੀ ਹੈ ਬੇਅਦਬੀਆਂ 'ਚ ਕੀ ਹੋ ਰਿਹਾ, ਸ਼ਰੇਆਮ ਪਤਾ ਹੈ ਵੀ ਆਹ ਬੰਦੇ ਨੇ ਬੇਅਦਬੀ ਕਰੀ, ਇਹਨਾਂ ਨੇ ਆਹ ਕਰਿਆ। ਜਿਹਦਾ ਜ਼ੋਰ ਚੜ੍ਹਦਾ ਉਹ ਦੂਏ ਪਾਸੇ ਨੂੰ ਲੰਬਾ ਲੈ ਜਾਂਦਾ ਕੇਸ ਨੂੰ। ਮੈਂ ਤਾਂ ਇਹ ਕਹਿਣਾ ਵੀ ਲੋਕਾਂ ਤੋਂ ਵੱਡੀ ਕਚਹਿਰੀ ਨਹੀਂ। ਜਦੋਂ ਇਹ ਆ ਕੇ ਸੱਥ 'ਚ ਬੋਲਣ, ਇਹਨਾਂ ਦਾ ਵਰਕ ਆ ਇਹਨਾਂ ਦੇ ਮੂੰਹ 'ਤੇ ਮਾਰਨ, ਮੂੰਹ 'ਤੇ ਦਿਖਾਉਣ ਕਿ ਆਹ ਕਰਤੂਤ ਹੈ ਤੇਰੀ ਭਾਈ ਪਿਛਲੀ ਵਾਰੀ ਵਾਲੀ, ਤੂੰ ਕਿਵੇਂ ਆ ਗਿਆ ਸਾਡੇ ਪਿੰਡ 'ਚ ਦੁਬਾਰਾ ਵੜ ਗਿਆ। ਇਹ ਕਿਸਾਨਾਂ ਨੇ ਜਗਾ ਲਏ ਨੇ, ਹੁਣ ਹਾਲ ਇਹੀ ਹੋ ਜਾਣਾ ਹੈ। ਆਪਾਂ ਕਾਨੂੰਨ ਵੱਲ ਨੂੰ ਘੱਟ ਜਾਈਏ, ਪਬਲਿਕ ਵੱਲ ਨੂੰ ਜਾਈਏ। ਪਬਲਿਕ ਜਾਗ ਕੇ ਇਹੋ ਜਿਹੇ ਸਾਫ਼ ਸੁਥਰੇ ਬੰਦਿਆਂ ਨੂੰ ਲੈ ਕੇ ਆਵੇ ਜਿਹੜੇ ਸਹੀ ਪੰਜਾਬ ਨੂੰ ਪਿਆਰ ਕਰਨ, ਸਹੀ ਲੋਕਾਂ ਨੂੰ ਪਿਆਰ ਕਰਨ। ਗੱਡੀ ਲੀਹ 'ਤੇ ਆ ਜੂਗੀ, ਨਹੀਂ ਖਤਰਾ ਹੀ ਖਤਰਾ ਹੈ। ਸੋ ਇਹ ਸੀ ਅਕਾਲੀ ਦਲ ਸੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੌਲੀ, ਜਿਨ੍ਹਾਂ ਨੇ ਕਿਹਾ
ਕਿ ਜਿਹੜਾ ਇੱਕ ਚੋਣ ਵਾਅਦੇ ਚੋਣ ਮੈਨੀਫੈਸਟੋ ਹੈ ਜਿਹੜੇ ਉਸ ਦੇ ਨਾਂ ਤੇ ਪੰਜਾਬ ਦੇ ਲੋਕਾਂ ਨੂੰ ਵੀ ਜਾਗਰੂਕ ਹੋਣਾ ਚਾਹੀਦਾ ਹੈ ਕਿ ਜਿਹੜੀ ਸਿਆਸੀ ਧਿਰ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰਦੀ, ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਵਿਧਾਇਕਾਂ ਨੂੰ ਉਹਨਾਂ ਲੋਕਾਂ ਨੂੰ ਭਾਵੇਂ ਉਹ ਪੰਚਾਇਤੀ ਚੋਣ ਹੈ, ਰਾਜ ਸਭਾ ਦੀ ਚੋਣ ਹੈ, ਲੋਕ ਸਭਾ ਦੀ ਹੈ, ਵਿਧਾਨ ਸਭਾ ਦੀ ਹੈ, ਉਹਨਾਂ ਲੀਡਰਾਂ ਨੂੰ ਉਹਨਾਂ ਪਾਰਟੀਆਂ ਨੂੰ ਮੂੰਹ ਨਾ ਲਾਇਆ ਜਾਵੇ ਜਦੋਂ ਤੱਕ ਪੰਜਾਬ ਦੇ ਲੋਕ ਸਹੀ ਨੁਮਾਇੰਦੇ ਨਹੀਂ ਚੁਣਦੇ, ਉਦੋਂ ਤੱਕ ਪੰਜਾਬ ਹੈ ਜਿਹੜਾ ਉਸ ਦਾ ਹਾਲ ਹੈ ਜਿਹੜਾ ਉਹ ਨਹੀਂ ਸੁਧਰ ਸਕਦਾ। ਸੋ ਪੰਜਾਬ ਦੇ ਲੋਕਾਂ ਨੂੰ ਨੁਮਾਇੰਦੇ ਚੁਣਨ ਵੇਲੇ ਬਹੁਤ ਸੰਜੀਦਗੀ ਜਿਹੜੀ ਹੈ ਉਹ ਦਿਖਾਉਣੀ ਚਾਹੀਦੀ ਹੈ। ਸੋ ਮੈਨੂੰ ਗੁਰਤੇਜ ਥੋਈ ਨੂੰ ਦਿਓ ਇਜਾਜ਼ਤ। ਧੰਨਵਾਦ।